हाँ जी स्टूडेंट्स, हाजिर हाँ ਤੁਹਾਡੇ ਸਾਹਮਣੇ ਕਮਰਸ ਵਾਲਾ ਦੀ ਨੈਕਸਟ ਵੀਡੀਓ ਲੈ ਕੇ। ਬੱਚੇ ਪਲੱਸ 1 ਦਾ ਆਪਾਂ ਟੌਪਿਕ ਕਰ ਰਹੇ ਹਾਂ ਫਾਈਨੈਂਸ਼ੀਅਲ ਸਟੇਟਮੈਂਟ। ਬਹੁਤ ਇੰਪੋਰਟੈਂਟ ਚੈਪਟਰ ਹੈ। ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਟ੍ਰੇਡਿੰਗ ਅਕਾਊਂਟ। ਤਿੰਨ ਤਰ੍ਹਾਂ ਦੇ ਅਕਾਊਂਟਸ ਬਣਦੇ ਨੇ ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ: ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ। ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ। ਆਪਾਂ ਟ੍ਰੇਡਿੰਗ ਅਕਾਊਂਟ ਕਰ ਚੁੱਕੇ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਟ੍ਰਾਇਲ ਬੈਲੈਂਸ ਦਿੱਤਾ ਹੋਏਗਾ। ਟ੍ਰਾਇਲ ਬੈਲੈਂਸ ਦੇ ਵਿੱਚ ਬਹੁਤ ਸਾਰੀਆਂ ਆਈਟਮਸ ਦਿੱਤੀਆਂ ਹੋਣਗੀਆਂ। ਉਹਨਾਂ ਆਈਟਮਸ ਨੂੰ ਆਪਾਂ ਕਰਨਾ ਕੀ ਹੈ? ਪਹਿਚਾਨਣਾ ਹੈ ਜਿਹੜੀਆਂ ਤਾਂ ਪ੍ਰੋਡਕਸ਼ਨ ਨਾਲ ਸੰਬੰਧਿਤ ਖਰਚੇ ਹੋਏ ਉਹਨੂੰ ਟ੍ਰੇਡਿੰਗ ਅਕਾਊਂਟ 'ਚ ਚੱਕ ਜਾਣਾ ਹੈ। ਜਿਹੜੀਆਂ ਪ੍ਰੋਡਕਸ਼ਨ ਨਾਲ ਸੰਬੰਧਿਤ ਖਰਚੇ ਨਹੀਂ ਹੈ ਉਹਨਾਂ ਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਚੱਕ ਜਾਣਾ ਹੈ। ਤੇ ਜੇ ਕੋਈ ਕੈਪੀਟਲਾਈਜ਼ਡ ਆਈਟਮਸ ਨੇ ਉਹਨਾਂ ਨੂੰ ਚੱਕ ਕੇ ਬੈਲੈਂਸ ਸ਼ੀਟ 'ਚ ਲੈ ਜਾਣਾ। ਕੰਮ ਖਤਮ। ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਵੀ ਬਣ ਗਿਆ ਤੇ ਬੈਲੈਂਸ ਸ਼ੀਟ ਵੀ ਸਾਡੀ ਕੰਪਲੀਟ ਹੋ ਗਈ। ਸਿਰਫ ਤੇ ਸਿਰਫ ਹੈ ਕੀ ਹੈ? ਸਿਰਫ ਤੇ ਸਿਰਫ ਪਹਿਚਾਨਣ ਦੀ ਲੋੜ ਹੈ ਵੀ ਇਹ ਟ੍ਰੇਡਿੰਗ ਅਕਾਊਂਟ ਦੀ ਆਈਟਮ ਹੈ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਆਈਟਮ ਹੈ ਕਿ ਬੈਲੈਂਸ ਸ਼ੀਟ ਦੀ ਆਈਟਮ ਹੈ। ਜਦੋਂ ਸਾਨੂੰ ਇਹ ਪਹਿਚਾਨ ਆ ਗਈ ਵੀ ਇਹ ਖਰਚਾ ਜਿਹੜਾ ਹੈ ਇਹ ਟ੍ਰੇਡਿੰਗ ਅਕਾਊਂਟ ਦਾ ਹੈ, ਇਹ ਇਨਕਮ ਹੈ ਜਿਹੜੀ ਉਹ ਟ੍ਰੇਡਿੰਗ ਅਕਾਊਂਟ ਦੀ ਹੈ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਹੈ, ਜਾਂ ਇਹ ਸਾਡਾ ਐਸਟ ਹੈ ਉਹ ਕਿੱਥੇ ਲੈ ਕੇ ਜਾਣਾ ਹੈ, ਜਾਂ ਇਹ ਸਾਡੀ ਲਾਇਬਿਲਿਟੀ ਹੈ ਉਹ ਕਿੱਥੇ ਲੈ ਕੇ ਜਾਣੀ ਹੈ। ਐਸਟ ਤੇ ਲਾਇਬਿਲਿਟੀ ਕਿੱਥੇ ਜਾਂਦੀ ਹੈ? ਬੈਲੈਂਸ ਸ਼ੀਟ ਵਿੱਚ। ਹਾਂ, ਇਹ ਜਦੋਂ ਪਹਿਚਾਨ ਸਾਨੂੰ ਆ ਗਈ ਤਾਂ ਸਮਝ ਲਓ ਸਾਡਾ ਫਾਈਨਲ ਅਕਾਊਂਟਸ ਕਲੀਅਰ। ਓਕੇ, ਹੁਣ ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਟ੍ਰੇਡਿੰਗ ਅਕਾਊਂਟ ਬਾਰੇ। ਬਹੁਤ ਵਾਸਟ ਤੁਹਾਨੂੰ ਜਾਣਕਾਰੀ ਦਿੱਤੀ ਹੈ। ਟ੍ਰੇਡਿੰਗ ਅਕਾਊਂਟ ਦੀ ਇੱਕ ਇੱਕ ਆਈਟਮ ਤੁਹਾਨੂੰ ਦੱਸੀ ਹੈ ਵੀ ਇਹ ਵਾਲੇ ਖਰਚੇ ਹੈ, ਆ ਆਮਦਨਾਂ ਇਹ ਟ੍ਰੇਡਿੰਗ ਅਕਾਊਂਟ 'ਚ ਜਾਂਦੀਆਂ ਤੇ ਕਿਉਂ ਜਾਂਦੀਆਂ। ਹੁਣ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਪਿਛਲਾ ਲੈਕਚਰ ਪਲੀਜ਼ ਇੱਕ ਵਾਰੀ ਜ਼ਰੂਰ ਸੁਣਨਾ, ਠੀਕ ਹੈ। ਹੁਣ ਨੈਕਸਟ ਵਾਰੀ ਆਉਂਦੀ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ। ਹੁਣ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਮੈਂ ਤੁਹਾਨੂੰ ਅੱਗੇ ਇੱਕ ਗੱਲ ਦੱਸੀ ਸੀ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚ ਇਨਡਾਇਰੈਕਟ ਐਕਸਪੈਂਸਿਸ ਆਉਂਦੇ ਨੇ, ਜਿੰਦੀ ਕਿ ਐਕਸਪਲੇਨੇਸ਼ਨ ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਦੇ ਚੁੱਕਿਆ। ਇਨਡਾਇਰੈਕਟ ਐਕਸਪੈਂਸਿਸ ਕੀ ਹੁੰਦੇ ਨੇ? ਇਨਡਾਇਰੈਕਟ ਐਕਸਪੈਂਸਿਸ ਐਸੇ ਐਕਸਪੈਂਸਿਸ ਹੁੰਦੇ ਨੇ ਜਿਨ੍ਹਾਂ ਦਾ ਜਿਹੜੇ ਡਾਇਰੈਕਟ ਨਹੀਂ ਹੁੰਦੇ। ਇਹ ਵੀ ਕਹਿ ਸਕਦੇ ਨੇ ਜਿਹੜੇ ਡਾਇਰੈਕਟ ਨਹੀਂ ਹੁੰਦੇ। ਡਾਇਰੈਕਟ ਐਕਸਪੈਂਸਿਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦਾ ਸੰਬੰਧ ਸਾਡੀ ਫੈਕਟਰੀ ਨਾਲ ਹੁੰਦਾ ਹੈ, ਜਿਨ੍ਹਾਂ ਦਾ ਸੰਬੰਧ ਸਾਡੀ ਪ੍ਰੋਡਕਸ਼ਨ ਨਾਲ ਹੁੰਦਾ ਹੈ। ਰਾ ਮਟੀਰੀਅਲ ਨੂੰ ਇੱਕ ਥਾਂ ਤੋਂ ਲੈ ਕੇ ਸਾਡੀ ਫੈਕਟਰੀ ਤੱਕ ਪਹੁੰਚਣ ਤੱਕ ਜੋ ਖਰਚੇ ਕੀਤੇ ਜਾਂਦੇ ਨੇ, ਜਾਂ ਰਾ ਮਟੀਰੀਅਲ ਨੂੰ ਫਿਨਿਸ਼ਡ ਪ੍ਰੋਡਕਟਸ ਬਣਾਉਣ ਤੱਕ ਜੋ ਖਰਚੇ ਕੀਤੇ ਜਾਂਦੇ ਨੇ ਉਹਨਾਂ ਨੂੰ ਡਾਇਰੈਕਟ ਕਹਿੰਦੇ ਨੇ। ਤੇ ਜਿਹੜੇ ਡਾਇਰੈਕਟ ਨਹੀਂ ਹੁੰਦੇ ਉਹ ਇਨਡਾਇਰੈਕਟ ਹੁੰਦੇ ਨੇ। ਮਤਲਬ ਕਹਿਣ ਦਾ ਐਸੇ ਖਰਚੇ ਜਿਨ੍ਹਾਂ ਦਾ ਸੰਬੰਧ ਸਾਡੀ ਫੈਕਟਰੀ ਨਾਲ ਨਹੀਂ ਹੈ ਉਹਨਾਂ ਨੂੰ ਕੀ ਕਹਿੰਦੇ ਨੇ? ਇਨਡਾਇਰੈਕਟ ਐਕਸਪੈਂਸਿਸ। ਠੀਕ ਹੈ, ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਵੀ ਇਹ ਦੱਸਿਆ ਸੀ, ਦੁਬਾਰਾ ਸੁਣੋ। ਬਾਰ-ਬਾਰ ਬੱਚਿਆਂ 'ਚ ਕਨਫਿਊਜ਼ਨ ਆਉਂਦੀ ਹੈ ਵੀ ਸਰ ਪ੍ਰੋਫਿਟ ਤਾਂ ਪ੍ਰੋਫਿਟ ਹੀ ਹੈ, ਚਾਹੇ ਉਹ ਗ੍ਰੋਸ ਹੈ ਚਾਹੇ ਉਹ ਨੈਟ ਹੈ। ਇਹ ਗ੍ਰੋਸ ਪ੍ਰੋਫਿਟ ਤੇ ਨੈਟ ਪ੍ਰੋਫਿਟ ਦੀ ਸਾਨੂੰ ਕਨਫਿਊਜ਼ਨ ਆ ਰਹੀ ਹੈ। ਦੇਖੋ, ਗ੍ਰੋਸ ਪ੍ਰੋਫਿਟ ਟ੍ਰੇਡਿੰਗ ਅਕਾਊਂਟ ਵਿੱਚ ਆਉਂਦਾ ਹੈ ਤਾਂ ਉਹ ਹੁੰਦਾ ਕੀ ਹੈ? ਇੰਨੀ ਸਾਡੀ ਸੇਲ ਹੋਈ, ਇੰਨੀ ਸਾਡੀ ਕਾਸਟ ਹੋਈ, ਸਾਰੀ ਪ੍ਰੋਡਕਸ਼ਨ ਨੂੰ ਬਣਾਉਣ ਦਾ ਕਾਸਟ ਆਫ ਗੁੱਡਸ ਸੋਲਡ, ਇੰਨੀ ਕਾਸਟ ਹੋਈ, ਇੰਨੇ ਪੈਸੇ ਅਸੀਂ ਸੇਲ ਤੋਂ ਲੈ ਕੇ ਆਂਦੇ, ਉਹਨਾਂ ਦੋਵਾਂ ਦਾ ਡਿਫਰੈਂਸ ਕੀ ਹੋ ਗਿਆ? ਗ੍ਰੋਸ ਪ੍ਰੋਫਿਟ। ਠੀਕ ਹੈ, ਹੁਣ ਕੁਝ ਖਰਚੇ ਬੱਚੇ ਐਸੇ ਵੀ ਹੁੰਦੇ ਨੇ, ਕੁਝ ਆਮਦਨਾਂ ਐਸੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦਾ ਸੰਬੰਧ ਪ੍ਰੋਡਕਸ਼ਨ ਨਾਲ ਨਹੀਂ ਹੁੰਦਾ, ਤਾਂ ਉਹਨਾਂ ਨੂੰ ਵੀ ਜਦੋਂ ਅਸੀਂ ਵਿੱਚੋਂ ਕੱਢਨੇ ਆ, ਉਹਨਾਂ ਆਮਦਨਾਂ ਨੂੰ ਜਦੋਂ ਅਸੀਂ ਵਿੱਚ ਪਾਉਣੇ ਆ, ਤਾਂ ਉਸ ਤਰ੍ਹਾਂ ਦੇ ਪ੍ਰੋਫਿਟ ਨੂੰ ਕੀ ਕਹਿੰਦੇ ਨੇ? ਨੈਟ ਪ੍ਰੋਫਿਟ। ਫਾਰ ਐਗਜ਼ਾਮਪਲ ਅਸੀਂ ਵਸਤੂਆਂ ਖਰੀਦੀਆਂ, ਠੀਕ ਹੈ, ਅਸੀਂ ਵਸਤੂਆਂ ਖਰੀਦੀਆਂ, ਉਹ ਫੈਕਟਰੀ 'ਚ ਲੈ ਆਏ, ਉਹ ਫੈਕਟਰੀ ਵਿੱਚ ਪ੍ਰੋਡਕਸ਼ਨ ਸ਼ੁਰੂ ਹੋ ਗਈ, ਉਹ ਵਸਤੂਆਂ ਵੇਚਤੀਆਂ, ਅਸੀਂ ਸੇਲ ਕੀਤੀ, ਪੈਸਾ ਆ ਗਿਆ, ਗੱਲ ਖਤਮ। ਕਲੀਅਰ? ਉਹ ਪ੍ਰੋਫਿਟ ਗ੍ਰੋਸ ਪ੍ਰੋਫਿਟ ਹੈ। ਬਟ ਇਹ ਇਨ ਕੇਸ ਸਾਡੀ ਇੱਕ ਜਿਹੜੀ ਫੈਕਟਰੀ ਹੈ ਉਸ ਫੈਕਟਰੀ ਨੇ ਇੱਕ ਦੋ ਤਿੰਨ ਦੁਕਾਨਾਂ ਉਹਦੇ ਗੇਟ ਦੇ ਅੱਗੇ ਪਾਈਆਂ ਹੋਈਆਂ, ਉਹ ਦੁਕਾਨਾਂ ਉਹਨੇ ਕਿਰਾਏ ਤੇ ਦਿੱਤੀਆਂ ਹੋਈਆਂ, ਉਹ ਕਿਰਾਏ ਤੋਂ ਆਮਦਨ ਆਉਂਦੀ ਹੈ। ਪਰ ਇਹਦਾ ਸੰਬੰਧ ਕਿਹਦੇ ਨਾਲ ਹੈ? ਇਹਦਾ ਸੰਬੰਧ ਉਹ ਵਸਤੂਆਂ ਨਾਲ ਤਾਂ ਨਹੀਂ ਨਾ, ਸੇਲ ਪਰਚੇਜ਼ ਨਾਲ ਤਾਂ ਨਹੀਂ ਨਾ। ਜੇ ਸੇਲ ਪਰਚੇਜ਼ ਨਾਲ ਨਹੀਂ, ਵਸਤੂਆਂ ਨਾਲ ਨਹੀਂ, ਤਾਂ ਇਹਦਾ ਮਤਲਬ ਕਿ ਇਹ ਆਮਦਨ ਜਿਹੜੀ ਸਾਨੂੰ ਆਉਂਦੀ ਹੈ ਇਹ ਅਸੀਂ ਆਪਦੇ ਪ੍ਰੋਫਿਟ ਨਹੀਂ ਗਿਣਾਂਗੇ। ਅਰੇ ਯਾਰ, ਉਹ ਵੀ ਤਾਂ ਸਾਡੀ ਆਮਦਨ ਹੀ ਹੈ, ਪਰ ਇਹਦਾ ਸੰਬੰਧ ਉਹਦੇ ਨਾਲ ਨਹੀਂ ਹੈ, ਪ੍ਰੋਡਕਸ਼ਨ ਨਾਲ ਨਹੀਂ ਹੈ, ਹਨਾ। ਤਾਂ ਐਸੀ ਵੀ ਆਮਦਨ ਨੂੰ ਅਸੀਂ ਵਿੱਚ ਪਾਵਾਂਗੇ। ਰੈਂਟ
ਰਿਸੀਵਡ, ਜਿਹੜਾ ਰੈਂਟ ਸਾਨੂੰ ਆ ਰਿਹਾ ਹੈ, ਇਹ ਸਾਡੀ ਆਮਦਨ ਹੈ। ਜੇ ਫੈਕਟਰੀ ਦੇ ਵਿੱਚ ਕੋਈ ਕਿਰਾਏ ਤੇ ਲਈ ਹੋਈ ਹੈ ਫੈਕਟਰੀ ਹੈ, ਜੇ ਉਹ ਰੈਂਟ ਪੇ ਕਰ ਰਿਹਾ ਹੈ ਤਾਂ ਇਹਦਾ ਸੰਬੰਧ ਉਹਦੇ ਨਾਲ ਨਹੀਂ ਹੈ। ਇਸ ਲਈ ਰੈਂਟ ਨਾਂ ਦੀ ਆਈਟਮ, ਐਸੀਆਂ ਹਜ਼ਾਰਾਂ ਆਈਟਮਾਂ ਨੇ, ਐਸੀਆਂ ਬਹੁਤ ਸਾਰੀਆਂ ਆਈਟਮਸ ਨੇ ਜਿਨ੍ਹਾਂ ਦਾ ਸੰਬੰਧ ਪ੍ਰੋਡਕਸ਼ਨ ਨਾਲ ਨਹੀਂ ਹੁੰਦਾ। ਤੇ ਫਿਰ ਜਦੋਂ ਐਸੀਆਂ ਆਈਟਮਸ ਨੂੰ ਅਸੀਂ ਵਿੱਚ ਲੈਂਦੇ ਹਾਂ, ਆਮਦਨ ਨੂੰ ਵਿੱਚ ਲੈ ਲੈਂਦੇ ਹਾਂ ਤੇ ਜਿਹੜੀਆਂ ਖਰਚੇ ਆ ਉਹਨਾਂ ਨੂੰ ਵਿੱਚੋਂ ਘਟਾ ਦਿੰਦੇ ਹਾਂ, ਉਸ ਤੋਂ ਬਾਅਦ ਜਿਹੜਾ ਪ੍ਰੋਫਿਟ ਹੁੰਦਾ ਉਹ ਨੈਟ ਪ੍ਰੋਫਿਟ ਹੁੰਦਾ। ਤੇ ਸਾਨੂੰ ਉਹ ਵੀ ਤਾਂ ਸਾਨੂੰ ਚਾਹੀਦਾ ਹੁੰਦਾ ਨਾ ਨੈਟ ਪ੍ਰੋਫਿਟ, ਵੀ ਐਕਚੁਅਲੀ ਸਾਨੂੰ ਕਿੰਨਾ ਬਚਿਆ। ਕਲੀਅਰ? ਸੁਣੋ, ਪ੍ਰੋਫਿਟ ਐਂਡ ਲਾਸ ਅਕਾਊਂਟ ਦੀ मीनिंग की है। प्रॉफिट एंड लॉस अकाउंट इज प्रिपेयर्ड आफ्टर प्रिपेयरिंग ट्रेडिंग। ट्रेडिंग अकाउंट ਨੂੰ प्रिपेयर ਕਰਨ ਤੋਂ ਬਾਅਦ ਬਣਾਇਆ ਜਾਂਦਾ ਹੈ। ਇਟ ਇਜ਼ प्रिपेयर्ड टू डिटरमिन नेट प्रॉफिट। ਇਹ नेट प्रॉफिट डिटरमिन ਕਰਨ ਵਾਸਤੇ ਬਣਾਇਆ ਜਾਂਦਾ ਹੈ। अर्न और नेट लॉस इनकर्ड, और ਜਾਂ ਫਿਰ ਸਾਨੂੰ नेट प्रॉफिट ਹੋਇਆ ਕਿ नेट लॉस ਹੋਇਆ ਬਾय ਬਿਜ਼ਨਸ ਡਿਊਰਿੰਗ ਦਾ ਅਕਾਊਂਟਿੰਗ ਪੀਰੀਅਡ। ਇੱਕ ਅਕਾਊਂਟਿੰਗ ਪੀਰੀਅਡ ਦੇ ਦੌਰਾਨ ਹੀ ਬਣਦਾ ਹੈ। ਇੱਕ ਅਕਾਊਂਟਿੰਗ ਪੀਰੀਅਡ ਦੇ ਵਿੱਚ ਇੱਕ ਬਿਜ਼ਨਸ ਨੂੰ ਪ੍ਰੋਫਿਟ ਹੋਇਆ ਜਾਂ ਲਾਸ ਉਹਨੇ ਇਨਕਰਡ ਕੀਤਾ, ਇਸ ਨੂੰ ਵੇਖਣ ਵਾਸਤੇ ਕਿਹੜਾ ਅਕਾਊਂਟ ਬਣਾਇਆ ਜਾਂਦਾ ਹੈ? ਪ੍ਰੋਫਿਟ ਐਂਡ ਲਾਸ ਅਕਾਊਂਟ। ਹੁਣ ਪ੍ਰੋਫਿਟ ਐਂਡ ਲਾਸ ਅਕਾਊਂਟਸ ਦੇ ਵਿੱਚ ਤੁਹਾਨੂੰ ਕੰਟੈਂਟਸ ਕਰਾਉਣ ਲੱਗਾ, ਆਈਟਮਸ ਕਰਾਉਣ ਲੱਗਾ ਵੀ ਪ੍ਰੋਫਿਟ ਐਂਡ ਲਾਸ ਅਕਾਊਂਟਸ ਵਿੱਚ ਕਿਹੜੀਆਂ-ਕਿਹੜੀਆਂ ਆਈਟਮਸ ਦਿੱਤੀਆਂ ਗਈਆਂ, ਕਿਹੜੇ-ਕਿਹੜੇ ਖਰਚੇ ਹੋਣਗੇ, ਕਿਹੜੀਆਂ-ਕਿਹੜੀਆਂ ਆਮਦਨਾਂ ਹੋਣਗੀਆਂ। ਇਹਨਾਂ ਸਾਰਿਆਂ ਦਾ ਤੁਸੀਂ ਇੱਕ ਚਾਰਟ ਬਣਾ ਲਓ, ਕਾਪੀ ਤੇ ਧਿਆਨ ਨਾਲ ਲਿਖ ਲਓ। ਇਸ ਤੋਂ ਇਲਾਵਾ ਮੈਨੂੰ ਲੱਗਦਾ ਵੀ ਕੋਈ ਵੀ ਆਈਟਮਸ ਹੁਣ ਰਹਿ ਨਹੀਂ ਜਾਣੀ ਜਿਹੜੀ ਕਿ ਤੁਹਾਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚ ਪਾਣੀ ਰਹਿ ਜਾਵੇ। ਟ੍ਰੇਡਿੰਗ ਅਕਾਊਂਟਸ ਦੀਆਂ ਆਈਟਮਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਜਿਹਨੇ ਨਹੀਂ ਸੁਣਿਆ ਉਹ ਪਿਛਲਾ ਲੈਕਚਰ ਸੁਣ ਲਓ, ਠੀਕ ਹੈ। ਦੇਖੋ ਬੱਚੇ, ਸਭ ਨੂੰ ਆ ਗਿਆ ਪਹਿਲਾ ਸੈਲਰੀਜ਼। ਹੁਣ ਸੈਲਰੀਜ਼ ਹੁੰਦੀ ਹੈ ਤਨਖਾਹ। ਤਨਖਾਹ ਕਿਹਨਾਂ ਨੂੰ ਦਿੱਤੀ ਜਾਂਦੀ ਹੈ? ਆਫਿਸ ਵਿੱਚ ਕੰਮ ਕਰਦੇ ਬੰਦਿਆਂ ਨੂੰ। ਇਹਦਾ ਸੰਬੰਧ ਕਿਹਦੇ ਨਾਲ ਹੈ? ਫੈਕਟਰੀ ਦੇ ਨਾਲ ਨਹੀਂ ਹੈ, ਸਾਡੀ ਪ੍ਰੋਡਕਸ਼ਨ ਦੇ ਨਾਲ ਨਹੀਂ ਹੈ। ਬਟ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਤੁਸੀਂ ਸਵਾਲ ਕਰ ਸਕਦੇ ਹੋ ਵੀ ਸਰ ਜਿਹੜੇ ਸਾਡੀ ਫੈਕਟਰੀ ਦੇ ਵਿੱਚ ਪਰਚੇਜ਼ ਮੈਨੇਜਰ ਹੈ, ਮੰਨ ਲਓ ਉਹਨੂੰ ਤਨਖਾਹ ਦਿੱਤੀ ਗਈ, ਉਹ ਕਿੱਧਰ ਜਾਏਗੀ? ਅਰੇ ਯਾਰ, ਜੇ ਅਸੀਂ ਉਹਨੇ ਰॉ ਮਟੀਰੀਅਲ ਪਰਚੇਜ਼ ਕੀਤਾ, ਉਹਨੂੰ ਤਨਖਾਹ ਦਿੱਤੀ ਗਈ, ਉਹਦਾ ਸੰਬੰਧ ਤਾਂ ਫੈਕਟਰੀ ਨਾਲ ਹੀ ਹੈ, ਉਹਦਾ ਸੰਬੰਧ ਤਾਂ ਫੈਕਟਰੀ ਨਾਲ ਹੀ ਹੈ। ਜੇ रॉ मटीरियल परचेज मैनेजर ਨੂੰ ਤਨਖਾਹ ਦਿੱਤੀ ਗਈ ਤਾਂ ਉਹ ਕਿੱਧਰ ਆਏਗੀ? ਉਹ ਆਏਗੀ ट्रेडिंग अकाउंट। लेकिन जे सैलरी ऑफिस ਦੇ मैनेजर ਨੂੰ ਦਿੱਤੀ ਗਈ, ਉਹ ਕਿੱਧਰ ਆਏਗੀ? प्रॉफिट एंड लॉस अकाउंट ਚ। ਇੱਥੇ ਦੋ ਗੱਲਾਂ ਨੇ ਬੱਚੇ। ਹੁਣ ਕੁਐਸਚਨ ਦੇ ਵਿੱਚ ਜੇ ਤਾਂ ਤੁਹਾਨੂੰ ਲਿਖਿਆ ਆ ਜਾਂਦਾ ਕੱਲਾ ਸੈਲਰੀਜ਼, ਤਾਂ ਉਹ ਕਿੱਧਰ ਜਾਏਗਾ? प्रॉफिट एंड लॉस अकाउंट ਚ, ਠੀਕ ਹੈ। ਜਾਂ ਲਿਖਿਆ ਹੋ ਸਕਦਾ ਹੈ सैलरी एंड वेजेस। जे सैलरी एंड वेजेस भी लिखा है, ਇਹਦਾ मतलब सैलरी पहले वेजेस बाद ਚ है, ਤਾਂ ਉਹ ਕਿੱਧਰ ਵੀ ਜਾਣਗੀਆਂ? ਉਹ ਵੀ प्रॉफिट एंड लॉस अकाउंट ਚ ਜਾਣਗੀਆਂ। इफ ਉਹਨੇ ਲਿਖਿਆ है वेजेस एंड सैलरीज, ਜੇ वेजेस एंड सैलरीज लिखा है ਤਾਂ ਉਹ ਕਿੱਧਰ ਜਾਣਗੀਆਂ? ट्रेडिंग अकाउंट, क्योंकि वो वेजेस दे रहा है। मजदूरी किन्हां नूं दित्ती जांदी है? मजदूरां नूं दित्ती जांदी है ਜਿਹੜੇ फैक्ट्री च काम करते हैं। जे उन्हां नूं मजदूरी नहीं देवांगे, साडी जिहड़ी है प्रोडक्शन बंद होएगी। जे प्रोडक्शन बंद होएगी तो खर्चा किहदा? ट्रेडिंग अकाउंट का, ठीक है ना। ਇਹਦਾ मतलब वेजेस एंड सैलरी लिखिਆ है ਤਾਂ ਮਜ਼ਦੂਰੀ ਹੈ ਤੇ ਨਾਲ ਹੀ ਸੈਲਰੀ ਕਿਹਨਾਂ ਨੂੰ ਦਿੱਤੀ ਗਈ ਹੈ? ਜਿੱਥੇ ਵੇजेस ਦਿੱਤੀ ਗਈ ਹੈ ਉੱਥੇ ਸੈਲਰੀ ਦਿੱਤੀ ਗਈ ਹੈ। ਮਤਲਬ ਕਹਿਣ ਦਾ ਫੈਕਟਰੀ ਦੇ ਵਿੱਚ ਹੀ ਸੈਲਰੀ ਦਿੱਤੀ ਗਈ ਹੈ। ਮਤਲਬ ਕਹਿਣ ਦਾ ਉਹ ਪਰਚੇਜ਼ ਮੈਨੇਜਰ ਨੂੰ ਦਿੱਤੀ ਗਈ ਸੈਲਰੀ ਹੋਏਗੀ। ਕਲੀਅਰ? ਉਵੇਂ ਜੇ ਸੈਲਰੀ ਐਂਡ ਵੇजेस ਲਿਖਿਆ ਹੈ ਤਾਂ ਇਹਦਾ ਮਤਲਬ ਸੈਲਰੀਜ਼ ਪਹਿਲਾਂ ਨੇ, ਤਾਂ ਇਹਦਾ ਮਤਲਬ ਇਹ ਤਨਖਾਹ ਆਪਣੇ ਆਫਿਸ ਵਾਸਤੇ ਹੈ, ਨਾਲ ਵੇजेस ਵੀ ਜਿਹੜੇ ਆਫਿਸ ਵਿੱਚ ਕੰਮ ਕਰਦੇ ਵਿਅਕਤੀ ਹੈ ਉਹਨਾਂ ਨੂੰ ਦਿੱਤੀ ਗਈ ਹੈ। ਇਹਦਾ ਮਤਲਬ ਇਹਨਾਂ ਦਾ ਸੰਬੰਧ ਜਿਹੜਾ ਉਹ ਫੈਕਟਰੀ ਨਾਲ ਨਹੀਂ ਹੈ। ਦੋ ਨੇ, ਸੈਲਰੀ ਐਂਡ ਵੇजेस ਲਿਖਿਆ ਗਿਆ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਚ ਵੇजेस ਐਂਡ ਸੈਲਰੀਜ਼ ਆਈਟਮ ਆ ਜਾਂਦੀ ਹੈ ਵਿੱਚ, ਤਾਂ ਉਹ ਕਿੱਧਰ ਜਾਏਗੀ? ਟ੍ਰੇਡਿੰਗ ਅਕਾਊਂਟ ਚ। ਓਕੇ, ਨੈਕਸਟ ਆ ਜਾਂਦਾ ਬੱਚੇ ਆਫਿਸ ਰੈਂਟ। ਆਫਿਸ ਰੈਂਟ, ਆਫਿਸ ਸਾਡਾ ਹੈ ਉਹ ਰੈਂਟ ਤੇ ਹੈ, ਆਫਿਸ ਦਾ ਰੈਂਟ ਦਿੱਤਾ ਜਾ ਰਿਹਾ ਹੈ, ਸਾਡਾ ਖਰਚਾ ਹੈ, ਕਿੱਧਰ ਆਏਗਾ? ਇਨਡਾਇਰੈਕਟ ਐਕਸਪੈਂਸ ਹੈ, ਕਿੱਧਰ ਆਏਗਾ? ਪ੍ਰੋਫਿਟ ਐਂਡ ਲਾਸ ਅਕਾਊਂਟ ਚ, ਕਿਉਂਕਿ ਇਹਦਾ ਸੰਬੰਧ ਪ੍ਰੋਡਕਸ਼ਨ ਨਾਲ ਨਹੀਂ ਹੈ। ਨੈਕਸਟ ਆ ਜਾਂਦਾ ਬੱਚੇ
ਆਫਿਸ ਦੀ ਇਲੈਕਟ੍ਰਿਸਿਟੀ, ਹਾਂ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਪਿਛਲੇ ਲੈਕਚਰ ਵਿੱਚ ਵੀ ਦੱਸੀ ਹੈ। ਆਫਿਸ ਦੀ ਇਲੈਕਟ੍ਰਿਸਿਟੀ ਜੇ ਬੰਦ ਵੀ ਕਰ ਦਿੱਤੀ ਜਾਂਦੀ ਹੈ, ਬਿੱਲ ਆਪਾਂ ਨਹੀਂ ਦਿੰਦੇ, ਆਫਿਸ ਦੀ ਇਲੈਕਟ੍ਰਿਸਿਟੀ ਕੱਟ ਵੀ ਜਾਂਦੀ ਹੈ, ਤਾਂ ਉਹਦੇ ਨਾਲ ਪ੍ਰੋਡਕਸ਼ਨ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਲਈ ਆਫਿਸ ਦੀ ਇਲੈਕਟ੍ਰਿਸਿਟੀ ਸਾਡੀ ਇਨਡਾਇਰੈਕਟ ਹੈ। ਬਟ ਜੇ ਇੱਥੇ ਫੈਕਟਰੀ ਦੀ ਇਲੈਕਟ੍ਰਿਸਿਟੀ ਆ ਜਾਂਦੀ ਹੈ ਉਹ ਡਾਇਰੈਕਟ ਹੋਏਗੀ, ਤਾਂ ਉਹ ਕਿੱਧਰ ਜਾਏਗੀ? ਟ੍ਰੇਡਿੰਗ ਅਕਾਊਂਟ 'ਚ। ਪਰ ਜੇ ਇੱਥੇ ਆਫਿਸ ਦੀ ਇਲੈਕਟ੍ਰਿਸਿਟੀ ਆਏਗੀ, ਜੇ ਆਫਿਸ ਦੀ ਇਲੈਕਟ੍ਰਿਸਿਟੀ ਹੈ ਉਹ ਕਿੱਧਰ ਜਾਏਗੀ? ਪ੍ਰੋਫਿਟ ਐਂਡ ਲਾਸ ਅਕਾਊਂਟ 'ਚ। ਨੈਕਸਟ ਆ ਜਾਂਦੀ ਬੱਚੇ ਪ੍ਰਿੰਟਿੰਗ ਐਂਡ ਸਟੇਸ਼ਨਰੀ। ਪ੍ਰਿੰਟਿੰਗ ਐਂਡ ਸਟੇਸ਼ਨਰੀ, ਪ੍ਰਿੰਟਿੰਗ ਐਂਡ ਸਟੇਸ਼ਨਰੀ ਹੈ ਨਾ ਜਿਹੜੀ, ਇਹ ਜਿਵੇਂ ਕਾਗਜ਼ ਪੱਤਰ ਪ੍ਰਿੰਟ ਕਰਾਉਣ ਦੇ ਖਰਚੇ, ਜਾਂ ਕੋਈ ਕਾਪੀਆਂ, ਕੋਈ ਪੈਨਸਲਾਂ, ਕੋਈ ਰੇਜ਼ਰ, ਹਨਾ, ਇਹਨਾਂ ਦੇ ਖਰਚੇ ਕਿੱਥੇ ਹੁੰਦੇ ਨੇ? ਆਫਿਸ 'ਚ। ਇਹ ਆਫਿਸ 'ਚ ਜ਼ਿਆਦਾ ਹੁੰਦੇ ਨੇ, ਫੈਕਟਰੀ 'ਚ ਥੋੜੇ ਬਹੁਤ ਚਾਹੀਦੇ ਹੁੰਦੇ। ਜਿੱਥੇ ਜ਼ਿਆਦਾ ਹੋਵੇ ਖਰਚਾ, ਜਿਹੜਾ ਖਰਚਾ ਜ਼ਿਆਦਾ ਜਿਸ ਥਾਂ ਤੇ ਹੋਵੇ ਉਸ ਥਾਂ ਤੇ ਪਾਉਣਾ ਹੁੰਦਾ, ਠੀਕ ਹੈ ਨਾ। ਇਸ ਲਈ ਆਫਿਸ ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਸੰਬੰਧ ਆਫਿਸ ਨਾਲ ਹੈ, ਇਸ ਲਈ ਇਹ ਆਫਿਸ ਦੇ ਖਰਚਿਆਂ ਵਿੱਚ ਇਨਡਾਇਰੈਕਟ ਆਏਗਾ ਤੇ ਕਿੱਥੇ ਆਏਗਾ? ਪ੍ਰੋਫਿਟ ਐਂਡ ਲਾਸ ਅਕਾਊਂਟ 'ਚ। ਨੈਕਸਟ ਆ ਜਾਂਦਾ ਬੱਚੇ ਪੋਸਟੇਜ, ਕੋਰੀਅਰ ਐਂਡ ਟੈਲੀਫੋਨ। ਹੁਣ ਪੋਸਟੇਜ ਕੋਰੀਅਰ, ਕੋਈ ਟਿਕਟਾਂ ਦਾ ਖਰਚਾ ਹੈ ਜਾਂ ਕੋਈ ਕੋਰੀਅਰ ਦਾ ਖਰਚਾ ਹੈ, ਇਹਦੇ ਵਿੱਚ ਲੀਗਲ ਐਕਸਪੈਂਸਿਸ ਵੀ ਆ ਜਾਂਦੇ ਨੇ, ਆਡਿਟ ਫੀਸ ਵੀ ਆ ਜਾਂਦੀ ਹੈ। ਇਹਦੀ ਅੱਗੇ ਕੀਤੀ ਹੋਈ ਵੰਡ ਲੀਗਲ ਐਕਸਪੈਂਸਿਸ ਤੇ ਆਡਿਟ ਫੀਸ ਇਹਦੇ ਵਿੱਚ ਹੀ ਆ ਜਾਂਦੀ। ਜੇ ਤੁਹਾਨੂੰ ਲੀਗਲ ਐਕਸਪੈਂਸਿਸ ਦਿੱਤੇ ਨੇ, ਲੀਗਲ ਐਕਸਪੈਂਸਿਸ ਦਾ ਸੰਬੰਧ ਵੀ ਫੈਕਟਰੀ ਨਾਲ ਨਹੀਂ ਹੈ, ਇਨਡਾਇਰੈਕਟ ਹੈ। ਆਡਿਟ ਫੀਸ ਦਾ ਸੰਬੰਧ ਵੀ ਫੈਕਟਰੀ ਨਾਲ ਨਹੀਂ ਹੈ, ਇਨਡਾਇਰੈਕਟ ਹੈ, ਕਿਉਂਕਿ ਆਡਿਟ ਫੀਸ ਜਾਂ ਲੀਗਲ ਐਕਸਪੈਂਸਿਸ ਨਾ ਵੀ ਦਿੱਤੇ ਜਾਣ ਸਾਡੀ ਫੈਕਟਰੀ ਨਹੀਂ ਬੰਦ ਹੁੰਦੀ। ਓਕੇ, ਨੈਕਸਟ ਸੇਲਸਮੈਨ ਕਮਿਸ਼ਨ। ਇਹ ਤਾਂ ਹੁਣ ਪਤਾ ਲੱਗੀ ਜਾਂਦਾ ਵੀ ਇਨਡਾਇਰੈਕਟ ਹੈ, ਕਿਉਂਕਿ ਸੇਲਸਮੈਨ ਨੂੰ ਦਿੱਤਾ ਗਿਆ ਕਮਿਸ਼ਨ ਹੈ, ਇਹਦਾ ਸੰਬੰਧ ਸੇਲ ਨਾਲ ਹੈ। ਸੇਲ ਕਿੰਦੀ ਹੋਏਗੀ? ਜਿਹੜੀ ਫਿਨਿਸ਼ਡ ਪ੍ਰੋਡਕਟਸ ਸੀ। ਜਦੋਂ ਫਿਨਿਸ਼ਡ ਪ੍ਰੋਡਕਟਸ ਤੇ ਵਾਲਾ ਦੀ ਸੇਲ ਕਰਾਂਗੇ ਤਾਂ ਜਦੋਂ ਵਸਤੂਆਂ ਬਣ ਗਈਆਂ ਉਸ ਤੋਂ ਬਾਅਦ ਦੇ ਖਰਚੇ ਤਾਂ ਸਾਰੇ ਹੈਗੇ ਇਨਡਾਇਰੈਕਟ ਨੇ। ਵਸਤੂਆਂ ਬਣਨ ਤੋਂ ਬਾਅਦ ਵਾਲੇ ਖਰਚੇ ਕੀਤੇ ਗਏ ਸਾਰੇ ਇਨਡਾਇਰੈਕਟ ਨੇ, ਠੀਕ ਹੈ। ਸੇਲਸਮੈਨ ਕਮਿਸ਼ਨ ਹੋਏਗਾ, ਇਨਡਾਇਰੈਕਟ ਹੋਏਗਾ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਚ ਆਏਗਾ। ਨੈਕਸਟ ਹੈ ਬੱਚੇ ਫਰਾਈਟ ਐਂਡ ਕੈਰੀਅਰਸ ਔਨ ਸੇਲ। ਫਰਾਈਟ ਮਤਲਬ ਭਾੜਾ ਦਿੱਤਾ ਹੈ ਕਿਹਦੇ ਤੇ? ਸੇਲ ਤੇ। ਜੇ ਸੇਲ ਦੇ ਉੱਤੇ ਕੋਈ ਨਾ ਕੋਈ ਕਿਰਾਇਆ ਦਿੱਤਾ ਗਿਆ ਤਾਂ ਉਹ ਵੀ ਵਸਤੂਆਂ ਫਿਨਿਸ਼ਡ ਪ੍ਰੋਡਕਟਸ ਹੋ ਗਈਆਂ, ਉਹਦਾ ਕਿਰਾਇਆ ਦਿੱਤਾ ਬਾਹਰ ਭੇਜਣ ਵਾਸਤੇ, ਇਨਡਾਇਰੈਕਟ ਹੋਏਗਾ। ਇਨਡਾਇਰੈਕਟ ਹੋਏਗਾ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਚ ਆਏਗਾ। ਇੱਥੇ ਇੱਕ ਧਿਆਨ ਦੇ ਰੱਖਣ ਵਾਲੀ ਗੱਲ ਇਹ ਹੈ ਵੀ ਕੈਰੀਅਰਸ ਔਨ ਸੇਲ ਨੂੰ ਕੈਰੀਅਰਸ ਆਊਟਵਰਡ, ਕੈਰੀਅਰਸ ਆਊਟਵਰਡ ਵੀ ਕਹਿੰਦੇ ਨੇ। ਕੈਰੀਅਰਸ ਆਊਟਵਰਡ ਮਤਲਬ ਹੈ ਬਾਹਰ ਜਾਂਦੀਆਂ ਵਸਤੂਆਂ ਦਾ ਕਿਰਾਇਆ। ਆਊਟ ਦਾ ਮਤਲਬ ਬਾਹਰ ਜਾਂਦੀਆਂ ਵਸਤੂਆਂ ਦਾ ਕਿਰਾਇਆ ਤਾਂ ਉਦੋਂ ਹੀ ਹੋਏਗਾ ਨਾ ਜੇ ਵਸਤੂਆਂ ਸਾਡੀਆਂ ਬਣ ਗਈਆਂ, ਕੰਪਲੀਟ ਹੋ ਗਈਆਂ, ਉਹ ਬਾਹਰ ਚੱਲੀਆਂ ਨੇ ਤਾਂ ਉਹਨਾਂ ਦਾ ਕਿਰਾਇਆ। ਓਕੇ, ਨੈਕਸਟ ਆ ਗਿਆ ਬੱਚੇ ਡਿਲੀਵਰੀ ਵਹੀਕਲ। ਡਿਲੀਵਰੀ ਕਿੰਨਾ ਚੀਜ਼ਾਂ ਦੀ ਹੁੰਦੀ ਹੈ? ਫਿਨਿਸ਼ਡ ਪ੍ਰੋਡਕਟ ਦੀ ਡਿਲੀਵਰੀ ਕਰਦੇ ਆ, ਜਦੋਂ ਡਿਲੀਵਰੀ ਕਰਦੇ ਆ ਉਸ ਵਹੀਕਲ ਦੇ ਕੋਈ ਐਕਸਪੈਂਸ ਹੋਇਆ ਤਾਂ ਉਹ ਵੀ ਇਨਡਾਇਰੈਕਟ ਹੀ ਹੋਏਗਾ। ਨੈਕਸਟ ਹੈ ਇੰਸ਼ੋਰੈਂਸ ਐਕਸਪੈਂਸਿਸ। ਇੰਸ਼ੋਰੈਂਸ ਐਕਸਪੈਂਸਿਸ, ਇੰਸ਼ੋਰੈਂਸ ਹੁੰਦਾ ਕਿੰਦਾ ਹੈ? ਇੰਸ਼ੋਰੈਂਸ ਸਾਡੇ ਫਿਕਸਡ ਐਸੈਟਸ ਦਾ ਹੁੰਦਾ ਹੈ, ਗੁੱਡਸ ਦਾ ਹੁੰਦਾ ਹੈ। ਉਹ ਸਾਰੀਆਂ ਜਿਹੜੇ ਉਹ ਇੰਸ਼ੋਰੈਂਸ ਅਸੀਂ ਕਰਵਾਈਏ ਤਾਂ ਕੋਈ ਨਹੀਂ, ਜੇ ਨਾ ਕਰਵਾਈਏ ਤਾਂ ਕੋਈ ਨਹੀਂ। ਜੇ ਇੰਸ਼ੋਰੈਂਸ ਅਸੀਂ ਕਰਵਾਇਆ ਤੇ ਉਹਦਾ ਜੇ ਐਕਸਪੈਂਸ ਦੇਈਏ, ਜੇ ਨਹੀਂ ਵੀ ਇੰਸ਼ੋਰੈਂਸ ਕਰਵਾਣੇ ਤਾਂ ਸਾਡੀ ਫੈਕਟਰੀ ਬੰਦ ਨਹੀਂ ਹੁੰਦੀ। ਇਸ ਲਈ ਇਹ ਵੀ ਕਿਹੜਾ ਖਰਚਾ ਹੈ? ਇਨਡਾਇਰੈਕਟ ਐਕਸਪੈਂਸਿਸ ਹੈ। ਨੈਕਸਟ ਆ ਜਾਂਦਾ ਬੱਚੇ ਐਡਵਰਟਾਈਜ਼ਮੈਂਟ ਐਕਸਪੈਂਸਿਸ। ਐਡਵਰਟਾਈਜ਼ਮੈਂਟ ਜਾਂ ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਐਕਸਪੈਂਸਿਸ। ਐਡਵਰਟਾਈਜ਼ਮੈਂਟ, ਐਡ, ਟੀਵੀਆਂ ਤੇ ਐਡ ਆਉਂਦੀ ਹੈ ਜਾਂ ਵੇਖੋ ਪੰਫਲੇਟ ਆਉਂਦੇ ਨੇ ਅਖਬਾਰਾਂ ਦੇ ਵਿੱਚ, ਉਹ ਸਾਰੇ ਖਰਚੇ ਵੀ ਇਨਡਾਇਰੈਕਟ ਨੇ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਹੀ ਆਉਣਗੇ। ਨੈਕਸਟ ਹੈ ਬੱਚੇ ਇੰਟਰਸਟ ਔਨ ਲੋਨ। ਹੁਣ ਲੋਨ ਦੇ ਉੱਤੇ ਵਿਆਜ। ਜੇ ਤਾਂ ਉਹ ਵਿਆਜ ਹੈ ਜਿਹੜਾ ਕੰਪਨੀ ਨੇ ਲੋਨ ਲਿਆ ਹੋਇਆ ਕਿਸੇ ਤੋਂ, ਕੰਪਨੀ ਨੇ ਲੋਨ ਲਿਆ ਉਹਦੇ ਤੇ ਵਿਆਜ ਦਿੱਤੀ, ਠੀਕ ਹੈ ਨਾ, ਉਹ ਹੋ ਕਿਹੜਾ ਗਿਆ ਖਰਚਾ? ਇਨਡਾਇਰੈਕਟ, ਕਿਉਂਕਿ ਉਹ ਲੋਨ ਜਿਹੜਾ ਨਾ ਵੀ ਲਿਆ ਹੁੰਦਾ, ਜੇ ਉਹਦੇ ਤੇ ਵਿਆਜ ਨਾ ਵੀ ਦਿੰਦੇ ਤਾਂ ਸਾਡੀ ਫੈਕਟਰੀ ਨੂੰ ਕੋਈ ਪ੍ਰਭਾਵ ਨਹੀਂ ਪੈਣਾ ਸੀ, ਸਾਡੇ ਪ੍ਰੋਡਕਸ਼ਨ ਤੇ ਕੋਈ ਵੀ ਪ੍ਰਭਾਵ ਨਹੀਂ ਪੈਣਾ ਸੀ। ਲੋਨ, ਇੰਟਰਸਟ ਔਨ ਲੋਨ ਜਾਂ ਡਿਸਕਾਊਂਟ ਅਲਾਉਡ। ਡਿਸਕਾਊਂਟ ਅਲਾਉਡ ਨੈਕਸਟ ਆ ਜਾਂਦਾ। ਡਿਸਕਾਊਂਟ ਅਲਾਉਡ ਦਾ ਮਤਲਬ ਹੈ ਵਸਤੂਆਂ ਨਕਦ ਵੇਚੀਆਂ, ਉਹਦੇ ਤੇ ਪੈਸੇ ਨਕਦ ਲੈਣ ਦੇ ਕਰਕੇ ਉਹਨੂੰ ਥੋੜੀ ਜਿਹੀ ਛੋਟ ਦਿੱਤੀ, ਠੀਕ ਹੈ ਨਾ। ਡਿਸਕਾਊਂਟ ਦਿੱਤਾ ਗਿਆ। ਡਿਸਕਾਊਂਟ ਵੀ ਇਨਡਾਇਰੈਕਟ ਐਕਸਪੈਂਸਿਸ ਵਿੱਚ ਆ ਜਾਂਦਾ ਹੈ। ਅੱਗੇ ਹੈ ਬੱਚੇ ਬੈਡ ਡੈਟਸ। ਬੈਡ ਡੈਟਸ ਦਾ ਮਤਲਬ ਹੈ ਪੈਸੇ ਲੈਣੇ ਸੀ ਪਰ ਡੁੱਬ ਗਏ। ਉਹ ਜਿੰਨਾ ਕੋ ਹਿੱਸਾ ਡੁੱਬਿਆ ਉਹ ਕਿੱਧਰ ਆ ਜਾਂਦਾ? ਸਾਡਾ ਐਕਸਪੈਂਸ ਹੋ ਗਿਆ ਨਾ ਬੱਚੇ, ਉਹ ਸਾਡਾ ਖਰਚਾ ਹੋ ਗਿਆ। ਜਿਹੜੇ ਪੈਸੇ ਲੈਣੇ ਸੀ ਪਰ ਮਿਲੇ ਨਹੀਂ, ਉਹ ਜਿੰਨੇ ਕੋ ਪੈਸੇ ਨਹੀਂ ਮਿਲੇ ਉਹ ਸਾਡਾ ਖਰਚਾ ਹੋ ਗਿਆ, ਤਾਂ ਉਹ ਕਿੱਧਰ ਆਏਗਾ?
ਪ੍ਰੋਫਿਟ ਐਂਡ ਲਾਸ ਅਕਾਊਂਟ ਕਿਉਂਕਿ ਸਾਡਾ ਇਨਡਾਇਰੈਕਟ ਐਕਸਪੈਂਸਸ ਹੈ। ਓਕੇ ਨੈਕਸਟ ਆ ਜਾਂਦਾ ਬੱਚੇ ਡੈਪਰੀਸੀਏਸ਼ਨ। ਹੁਣ ਡੈਪਰੀਸੀਏਸ਼ਨ ਕੀ ਹੈ? ਕਿਸਾਵਟ ਹੈ, ਮਸ਼ੀਨਾਂ ਦੀ ਕਿਸਾਵਟ ਹੈ। ਕੱਲ ਇੱਕ ਲੈਕਚਰ ਦੇ ਰਿਹਾ ਸੀ, ਇੱਕ ਸਟੂਡੈਂਟ ਨੇ ਕਿਹਾ ਵੀ ਸਰ ਜਦੋਂ ਆਪਾਂ ਦੇਖੋ ਨਾ ਮਾਲ ਖਰੀਦਿਆ ਹੈ ਨਾ, ਮਾਲ ਵੀ ਖਰੀਦਿਆ, ਸਾਰਾ ਕੁਝ ਖਰੀਦਿਆ, ਖਰੀਦ ਕੇ ਤੇ ਉਹਦੇ ਤੇ ਖਰਚੇ ਵੀ ਪਾਏ ਤੇ ਆਪਾਂ ਤਾਂ ਐਸਟ ਵੀ ਤਾਂ ਖਰੀਦਣੇ ਆ, ਐਸਟ ਦਾ ਖਰਚਾ ਨਹੀਂ ਪੈਣਾ ਵਿੱਚ। ਉਹ ਬੱਚੇ ਧਿਆਨ ਦਿਓ, ਐਸਟ ਦਾ ਖਰਚਾ ਜੇ ਮੰਨ ਲਓ ਅਸੀਂ ਸਾਨੂੰ ਲੱਖ ਰੁਪਇਆ ਪ੍ਰੋਫਿਟ ਆਇਆ ਤੇ ਮੰਨ ਲਓ ਐਸਟ ਸਾਡਾ 10 ਲੱਖ ਦਾ ਆਣਾ ਸੀ ਤਾਂ ਇੱਕੋ ਸਾਲ 'ਚ ਥੋੜਾ ਨਾ ਪਾ ਦਿਆਂਗੇ। ਜੇ ਇੱਕੋ ਸਾਲ 'ਚ ਪਾ ਦਿਆਂਗੇ ਤੇ ਫਿਰ 9 ਲੱਖ ਰੁਪਇਆ ਤਾਂ ਸਿੱਧਾ ਸਾਡਾ ਲਾਸ ਹੋ ਗਿਆ। ਐਵੇਂ ਥੋੜਾ ਹੁੰਦਾ ਹੈ। ਐਸਟ ਦਾ ਮਤਲਬ ਹੈ ਐਸਟ ਨੂੰ ਜੇ ਐਸਟ ਦੀ 20 ਸਾਲ ਦੀ ਲਾਈਫ ਹੈ ਤਾਂ 20 ਸਾਲਾਂ ਤੇ ਡੈਪਰੀਸੀਏਸ਼ਨ ਵਾਲਾ ਚੈਪਟਰ ਮੈਂ ਤੁਹਾਨੂੰ ਕਰਾਇਆ ਹੈ। 20 ਸਾਲਾਂ ਤੇ ਉਹਨੂੰ ਵੰਡ ਕੇ ਜਿੰਨੀ ਉਹ ਕਿਸਾਵਟ ਪਈ ਉਹ ਕਿਸਾਵਟ ਜ਼ਰੂਰ ਪਾਵਾਂਗੇ, ਡੈਪਰੀਸੀਏਸ਼ਨ ਜ਼ਰੂਰ ਪਾਵਾਂਗੇ ਵਿੱਚ, ਪਰ ਪੂਰੇ ਐਸਟ ਦਾ ਮੁੱਲ ਕਦੇ ਨਹੀਂ ਪਾਵਾਂਗਾ। ਪੂਰੇ ਐਸਟ ਜਿਹੜਾ ਹੈ ਉਹ ਜਾਂਦਾ ਕਿੱਧਰ ਹੈ? ਬੈਲੈਂਸ ਸ਼ੀਟ ਦੇ ਵਿੱਚ। ਕਿਉਂ? ਕਿਉਂਕਿ ਸਾਡੀ ਉਹ ਕੈਪੀਟਲਾਈਜ਼ਡ ਫਿਕਸਡ ਐਸਟਸ ਦੇ ਵਿੱਚ ਆ ਜਾਂਦਾ। ਓਕੇ ਕਲੀਅਰ? ਡੈਪਰੀਸੀਏਸ਼ਨ ਕਿੱਧਰ ਆਏਗੀ ਹੁਣ? ਪ੍ਰੋਫਿਟ ਐਂਡ ਲਾਸ ਅਕਾਊਂਟ। ਉੱਥੇ ਨੈਕਸਟ ਆ ਜਾਂਦਾ ਬੱਚੇ ਲਾਸ ਔਨ ਗੁੱਡਸ ਬਾਈ ਫਾਇਰ। ਜੇ ਕੋਈ ਅੱਗ ਲੱਗ ਗਈ ਹੈ ਜਾਂ ਚੋਰੀ ਹੋ ਗਈ ਹੈ, ਲਾਸ ਬਾਈ ਥੈਫਟ ਹੈ ਜਾਂ ਲਾਸ ਬਾਈ ਫਾਇਰ ਹੈ, ਇਹ ਵੀ ਸਾਡਾ ਖਰਚਾ ਹੈ। ਕਿੱਧਰ ਜਾਏਗਾ? ਸਾਡਾ ਪ੍ਰੋਫਿਟ ਐਂਡ ਲਾਸ ਅਕਾਊਂਟ। ਨੈਕਸਟ ਆ ਜਾਂਦਾ ਬੱਚੇ ਮਿਸਲੇਨੀਅਸ ਐਕਸਪੈਂसेस और जनरल एक्सपेंसेस और सन्ड्री एक्सपेंसेस। कुछ भी किया जा सकता है, कोई निक्के मोटे खर्च, कोई भी निक्के मोटे खर्चे, सन्ड्री एक्सपेंसेस है, मिसलेनियस एक्सपेंसेस है, जनरल एक्सपेंसेस है, तिन्नों ਵਿੱਚੋਂ कुछ भी लिखा हो सकता है। इनका मतलब है निक्के मोटे खर्चे। निक्के मोटे खर्चे ਸਾਰੇ ਕਿੱਧਰ ਆਉਂਦੇ ਨੇ? ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਸਾਡੇ ਇਨਡਾਇਰੈਕਟ ਖਰਚਿਆਂ ਵਿੱਚ ਗਿਣੇ ਜਾਂਦੇ ਨੇ। ਓਕੇ ਇਹ ਸਾਰੇ ਖਰਚੇ ਬੱਚੇ ਤੁਹਾਡੇ ਹੋ ਗਏ। ਨੈਕਸਟ ਆਉਂਦਾ ਬੱਚੇ ਇਨਕਮ ਸਾਈਡ ਤੇ ਵੀ ਕੁਝ ਹੁੰਦੀਆਂ ਐਸੀਆਂ ਆਮਦਨਾਂ ਜਿਹੜੀਆਂ ਟ੍ਰੇਡਿੰਗ ਅਕਾਊਂਟ 'ਚ ਨਹੀਂ ਹੁੰਦੀਆਂ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਪਾਈਆਂ ਜਾਂਦੀਆਂ ਨੇ। ਜਿਵੇਂ ਤੁਹਾਨੂੰ ਮੈਂ ਇਹ ਗੱਲ ਦੱਸੀ ਸੀ, ਰੈਂਟ, ਉਹਦੀ ਜਿਹੜਾ ਹੈ ਰੈਂਟ ਤੇ ਦਿੱਤੀਆਂ ਹੋਈਆਂ ਦੁਕਾਨਾਂ, ਰੈਂਟ ਆਏਗਾ, ਸਾਡੀ ਆਮਦਨ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਲਿਖਿਆ ਜਾਏਗਾ। ਠੀਕ ਹੈ ਨਾ? ਕ੍ਰੈਡਿਟ ਸਾਈਡ ਤੇ ਕੀ? ਨੰਬਰ 1 ਇੰਟਰਸਟ ਔਨ ਫਿਕਸਡ ਡਿਪੋਜ਼ਿਟ। ਜੇ ਕੰਪਨੀ ਨੇ ਕੋਈ ਫਿਕਸਡ ਡਿਪੋਜ਼ਿਟ ਕਰਵਾਏ ਹੋਏ ਹੈ, ਪੈਸਾ ਕਿਤੇ ਡਿਪੋਜ਼ਿਟ ਕਰਾਇਆ ਹੈ, ਉਹਦੇ ਤੇ ਵਿਆਜ ਕੰਪਨੀ ਨੂੰ ਮਿਲਦੀ ਹੈ, ਕੰਪਨੀ ਦੀ ਆਮਦਨ ਹੈ, ਉਹ ਕਿੱਧਰ ਆਏਗੀ? ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ। ਨੈਕਸਟ ਹੈ ਬੱਚੇ ਰੈਂਟ ਰਿਸੀਵਡ। ਇਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ। ਕੈਸ਼ ਡਿਸਕਾਊਂਟ ਰਿਸੀਵਡ। ਜੇ ਕੈਸ਼ ਡਿਸਕਾਊਂਟ ਮਿਲਿਆ ਹੈ ਕੋਈ ਤਾਂ ਉਹ ਵੀ ਕੰਪਨੀ ਦੀ ਇਨਡਾਇਰੈਕਟ ਆਮਦਨ ਹੈ, ਉਹ ਵੀ ਇਨਡਾਇਰੈਕਟ ਆਮਦਨ ਹੈ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਆਏਗਾ। ਠੀਕ ਹੈ ਨਾ? ਗੇਨ ਔਨ ਸੇਲ ਆਫ ਫਿਕਸਡ ਐਸੈਟਸ। ਜੇ ਫਿਕਸਡ ਐਸੈਟਸ ਅਸੀਂ ਵੇਚਤੇ, ਵੇਚਣ ਤੋਂ ਥੋੜਾ ਬਹੁਤਾ ਲਾਭ ਹੋਇਆ, ਕੰਪਨੀ ਦੀ ਆਮਦਨ ਹੈ, ਇਨਡਾਇਰੈਕਟ ਹੈ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਜਾਏਗਾ। ਨੈਕਸਟ ਬੱਚੇ ਇੰਟਰਸਟ ਔਨ ਡਰਾਇੰਗਸ। ਡਰਾਇੰਗਸ ਕੀ? ਮਾਲਕ ਨੇ ਪੈਸਾ ਕੱਢਿਆ ਸੀ, ਮਾਲਕ ਨੇ ਪੈਸਾ ਜਦੋਂ ਕੱਢਿਆ ਤੇ ਮਾਲਕ ਵਿਆਜ ਦੇਗਾ, ਕਿਹਨੂੰ ਦੇਗਾ? ਬਿਜ਼ਨਸ ਨੂੰ। ਬਿਜ਼ਨਸ ਨੂੰ ਜਦੋਂ ਵਿਆਜ ਮਿਲੇਗੀ, ਬਿਜ਼ਨਸ ਵਾਸਤੇ ਆਮਦਨ ਹੈ, ਜੇ ਆਮਦਨ ਹੈ ਤਾਂ ਇਨਡਾਇਰੈਕਟ ਹੋਏਗੀ, ਇਨਡਾਇਰੈਕਟ ਹੈ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਜਾਏਗੀ। ਨੈਕਸਟ ਹੈ ਬੱਚੇ ਬੈਡ ਡੈਟਸ ਰਿਕਵਰਡ। ਇੱਥੇ ਬੈਡ ਡੈਟਸ ਆਇਆ ਸੀ, ਬੈਡ ਡੈਟਸ ਦਾ ਮਤਲਬ ਸੀ ਉਹ ਪੈਸਾ ਡੁੱਬ ਗਿਆ। ਜੇ ਉਹ ਡੁੱਬੇ ਪੈਸੇ ਵਿੱਚੋਂ ਕੁਝ ਤਰ ਜਾਂਦਾ, ਉਹ ਕੁਝ ਮਿਲ ਜਾਂਦਾ, ਰਿਸੀਵ ਹੋ ਜਾਂਦਾ, ਤਾਂ ਉਹ ਕੀ ਬਣ ਜਾਂਦੀ? ਕੰਪਨੀ ਦੀ ਆਮਦਨ ਬਣ ਜਾਂਦੀ ਹੈ। ਜੇ ਆਮਦਨ ਹੋਏਗੀ ਤਾਂ ਇਹ ਕਿੱਧਰ ਆਏਗੀ? ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ, ਮਤਲਬ ਆਮਦਨਾਂ ਵਾਲੀ ਸਾਈਡ। ਠੀਕ ਹੈ? ਹੁਣ ਆਮਦਨਾਂ ਵੀ ਹੋ ਗਈਆਂ, ਖਰਚੇ ਵੀ ਹੋ ਗਏ। ਆਮਦਨਾਂ ਤੇ ਖਰਚਿਆਂ ਦਾ ਡਿਫਰੈਂਸ ਕੀ ਹੋਏਗਾ? ਜਾਂ ਤਾਂ ਉਹ ਪ੍ਰੋਫਿਟ ਹੋਏਗਾ ਤੇ ਜਾਂ ਉਹ ਲਾਸ ਹੋਏਗਾ। ਜੇ ਆਮਦਨ ਜ਼ਿਆਦਾ ਹੈ, ਖਰਚੇ ਘੱਟ ਹੈ ਤਾਂ ਨੈਟ ਪ੍ਰੋਫਿਟ। ਜੇ ਆਮਦਨ ਘੱਟ ਹੈ, ਖਰਚੇ ਜ਼ਿਆਦਾ ਹੋ ਗਏ ਤਾਂ ਕੀ ਹੋ ਗਿਆ? ਨੈਟ ਲਾਸ ਹੋ ਗਿਆ। ਉਹ ਕੀ ਹੋ ਗਿਆ ਬੱਚੇ? ਨੈਟ ਲਾਸ ਹੋ ਗਿਆ। ਠੀਕ ਹੈ? ਹੁਣ ਤੁਹਾਨੂੰ ਸਾਰੀ ਗੱਲ A to Z ਪ੍ਰੋਫਿਟ ਐਂਡ ਲਾਸ ਅਕਾਊਂਟ ਬਾਰੇ ਕਰਾ ਦਿੱਤੀ ਗਈ ਹੈ। ਕੁਐਸਚਨ ਕਰਦੇ ਆ ਨੈਕਸਟ ਲੈਕਚਰ ਵਿੱਚ, ਤੁਹਾਨੂੰ ਸਾਰੀਆਂ ਗੱਲਾਂ A to Z ਕਲੀਅਰ ਹੋ ਜਾਣਗੀਆਂ। ਉਸ ਤੋਂ ਪਹਿਲਾਂ ਕਮਰਸ ਵਾਲਾ ਮੇਰੇ ਨਾਮ ਦਾ ਚੈਨਲ ਹੈ, ਪਲੀਜ਼ ਇਹਨੂੰ ਸਬਸਕ੍ਰਾਈਬ ਕਰੋ। ਨੈਕਸਟ ਵੀਡੀਓ ਜਿਹੜੀਆਂ ਵੀ ਆਉਣਗੀਆਂ ਤੁਹਾਨੂੰ ਸਾਰਾ ਸਿਲੇਬਸ ਤੁਹਾਨੂੰ ਕਰਵਾਇਆ ਜਾਏਗਾ। ਠੀਕ ਹੈ? ਇਹਨੂੰ ਕਮਰਸ ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਲੈਕਚਰ ਇਹ ਵੀ ਵਧੀਆ ਲੱਗਿਆ ਤਾਂ ਇਹਨੂੰ ਮੈਕਸਿਮਮ ਸ਼ੇਅਰ, ਲਾਈਕ ਤੇ ਕਮੈਂਟ ਕਰਨਾ। ਤੇ ਜੇ ਕੋਈ ਡਾਊਟ ਰਵੇ ਤਾਂ 98726 98111 ਮੇਰਾ ਫੋਨ ਨੰਬਰ ਹੈ। WhatsApp ਗਰੁੱਪ ਵੀ ਬਣੇ ਹੋਏ ਇਹਦੇ ਤੇ। ਠੀਕ ਹੈ? ਸਾਰੇ ਪੰਜਾਬ ਦੇ ਬੱਚੇ ਨੇ ਇੱਥੇ, ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ ਜਾਂ ਗਰੁੱਪ ਵਿੱਚ ਐਡ ਹੋਣਾ ਹੈ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ ਬੱਚੇ? ਥੈਂਕ ਯੂ।